ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਵੀਡੀਓ 'ਚ ਆਪਾਂ ਸਭ ਤੋਂ ਪਹਿਲਾਂ ਮਾਰਕੀਟ ਦਾ ਹਾਲ ਚਾਲ ਦੇਖਾਂਗੇ, ਉਸ ਤੋਂ ਬਾਅਦ ਇੱਕ ਦੋ ਹੋਰ ਅਪਡੇਟਸ ਨੇ ਤੇ ਫਿਰ ਆਪਾਂ ਦੇਖਾਂਗੇ ਕਿ ਜੋ ਇਥੇਰੀਅਮ ਮਰਜ ਹੋ ਰਿਹਾ ਹੈ ਉਸ ਵਿੱਚ ਕੀ ਹੋਏਗਾ। ਇਥੇਰੀਅਮ ਮਰਜ ਦੇ ਨਾਲ ਈਥਰ ਦੇ ਪ੍ਰਾਈਸ ਤੇ ਕੀ ਪ੍ਰਭਾਵ ਪਊਗਾ ਤੇ ਕੀ ਆਉਣ ਵਾਲੇ ਸਮੇਂ ਵਿੱਚ ਸੰਭਾਵਨਾਵਾਂ ਨੇ। ਯਾਨੀ ਕਿ ਇਥੇਰੀਅਮ ਦੇ ਬਾਰੇ ਮਰਜ ਨਾਲ ਸੰਬੰਧਿਤ ਜਿੰਨੇ ਵੀ ਤੁਹਾਡੇ ਪ੍ਰਸ਼ਨ ਨੇ ਉਹਨਾਂ ਸਾਰਿਆਂ ਦਾ ਅੱਜ ਆਪਾਂ ਜਵਾਬ ਲੱਭਾਂਗੇ। ਕ੍ਰਿਪਟੋ ਮਾਰਕੀਟ ਦੇਖਿਆ ਜਾਏ ਤਾਂ ਮਾਰਕੀਟ ਕੈਪ $938 ਬਿਲੀਅਨ ਇਸ ਵੇਲੇ ਚੱਲ ਰਿਹਾ, ਜਿਹੜਾ ਕਿ ਕੱਲ੍ਹ ਕੁਝ ਸਮੇਂ ਲਈ 996 ਤੋਂ ਵੀ ਉੱਪਰ ਚਲਾ ਗਿਆ ਸੀਗਾ। ਤਾਂ ਕੱਲ੍ਹ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਡੰਪ ਆ ਗਿਆ। ਕੱਲ੍ਹ ਹੀ ਇਹਦੇ ਵਿੱਚ ਪ੍ਰਾਈਸ ਵਿੱਚ ਕਾਫੀ ਵਾਧਾ ਹੋਇਆ ਸੀ, ਪਰ ਰਾਤ ਨੂੰ ਲਗਭਗ 10-11 ਵਜੇ ਤੋਂ ਬਾਅਦ ਇਹ ਮਾਰਕੀਟ ਬਹੁਤ ਹੀ ਜ਼ਿਆਦਾ ਥੱਲੇ ਡਿੱਗ ਪਈ। ਬਿਟਕੋਇਨ ਜਿਹੜਾ ਹੈਗਾ 20,000 ਤੋਂ ਦੁਬਾਰਾ ਫਿਰ 18,000 ਤੇ ਆ ਗਿਆ ਤੇ ਇਥੇਰੀਅਮ ਜਿਹੜਾ ਹੈਗਾ ਇਹ 1700 ਦੇ ਨੇੜੇ ਮੁੜ ਕੇ ਦੁਬਾਰਾ ਫਿਰ 1500 ਤੇ ਆ ਗਿਆ। 24 ਘੰਟਿਆਂ ਵਿੱਚ ਇਹਨੇ ਲੋ $1,500 ਦਾ ਬਣਾਇਆ ਤੇ ਹਾਈ ਜਿਹੜਾ $1,670 ਦਾ ਸੀਗਾ। ਯਾਨੀ ਕਿ ਲਗਭਗ $200 ਦੇ ਤੱਕ ਦੀ ਜਿਹੜੀ ਗਿਰਾਵਟ ਇਥੇਰੀਅਮ ਵਿੱਚ ਆ ਗਈ, ਜਿਹੜਾ ਕਿ ਆਪਾਂ ਦੇਖ ਰਹੇ ਸੀਗੇ ਕਿ ਮਰਜ ਤੋਂ ਪਹਿਲਾਂ ਇਹ ਕਾਫੀ ਉੱਪਰ ਨੂੰ ਵੱਧ ਰਿਹਾ ਸੀ, ਪਰ ਅਚਾਨਕ ਹੀ ਇੱਕਦਮ ਹੀ ਇਹਦੇ ਵਿੱਚ ਇੰਨੀ ਗਿਰਾਵਟ ਆ ਗਈ। ਇਸੇ ਤਰ੍ਹਾਂ ਜਿਹੜੇ ਬਾਕੀ ਕੋਇਨ ਨੇ ਉਹ ਵੀ ਅੱਜ ਸਾਰੇ ਹੀ ਰੈੱਡ ਹੀ ਨੇ। ਸਾਰੀ ਮਾਰਕੀਟ ਹੀ ਬਿਲਕੁਲ ਡਾਊਨ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਡਾਊਨ ਰਹਿਣ ਦੀ ਹੀ ਸੰਭਾਵਨਾ ਹੈ, ਕਿਉਂਕਿ ਹੋਰ 2-4 ਦਿਨਾਂ ਤੱਕ ਜਿਹੜਾ USA ਦਾ ਮਹਿੰਗਾਈ ਡਾਟਾ ਵੀ ਆ ਜਾਣਾ ਹੈ ਤੇ ਉਹਦੇ ਵਿੱਚ ਵੀ ਇਹੀ ਉਮੀਦ ਹੈ ਕਿ ਮਹਿੰਗਾਈ ਜ਼ਿਆਦਾ ਹੀ ਰਹੇਗੀ ਤੇ ਮਹਿੰਗਾਈ ਜ਼ਿਆਦਾ ਰਹੇਗੀ ਤਾਂ ਉੱਥੋਂ ਦਾ ਫੈਡ ਬੈਂਕ ਜੋ ਹੈ ਉਹ ਇੰਟਰਸਟ ਰੇਟ ਹੋਰ ਵਧਾਏਗਾ। ਇੰਟਰਸਟ ਰੇਟ ਵਧਾਏਗਾ ਤਾਂ ਸ਼ੇਅਰ ਮਾਰਕੀਟ ਡਿੱਗੇਗੀ, ਸ਼ੇਅਰ ਮਾਰਕੀਟ ਡਿੱਗੇਗੀ ਤਾਂ ਕ੍ਰਿਪਟੋ ਮਾਰਕੀਟ ਵੀ ਡਿੱਗੇਗੀ। ਅਗਲੀ ਅਪਡੇਟ ਹੈ LG ਇਲੈਕਟ੍ਰੋਨਿਕਸ ਵੱਲੋਂ। ਕੱਲ੍ਹ ਆਪਾਂ ਗੱਲ ਕੀਤੀ ਸੀ ਕਿ ਕਾਰਾਂ ਦੀਆਂ ਕੰਪਨੀਆਂ ਵੀ ਮੈਟਾਵਰਸ ਵਿੱਚ ਦਾਖਲ ਹੋ ਰਹੀਆਂ ਨੇ, ਉਸੇ ਤਰ੍ਹਾਂ ਐਜੂਕੇਸ਼ਨਲ ਇੰਸਟੀਟਿਊਟ ਵੀ ਮੈਟਾਵਰਸ ਵਿੱਚ ਦਾਖਲ ਹੋ ਰਹੇ ਨੇ ਤੇ ਇਹ ਤੋਂ ਪਹਿਲਾਂ ਹੋਰ ਵੀ ਕਈ ਤਰ੍ਹਾਂ ਦੀਆਂ ਕੰਪਨੀਆਂ ਜਿਵੇਂ ਬੂਟ ਬਣਾਉਣ ਵਾਲੀਆਂ ਕੰਪਨੀਆਂ ਜਾਂ ਮਿਊਜ਼ਿਕ ਕੰਪਨੀਆਂ ਉਹ ਵੀ ਮੈਟਾਵਰਸ ਵਿੱਚ ਦਾਖਲ ਹੋ ਰਹੀਆਂ ਨੇ। ਤੇ ਹੁਣ ਅੱਜ ਜੋ LG ਵੱਲੋਂ ਅਪਡੇਟ ਆ ਰਹੀ ਹੈ ਤਾਂ LG ਵੀ ਆਪਦੀ NFT ਲਿਆ ਰਹੀ ਹੈ, ਯਾਨੀ ਕਿ ਬਲੌਕਚੇਨ ਟੈਕਨੋਲੋਜੀ ਵਿੱਚ ਦਾਖਲ ਹੋ ਰਹੀ ਹੈ। ਦੇਖੋ ਹੌਲੀ ਸਾਰੀਆਂ ਜਿਹੜੀਆਂ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਹੈਗੀਆਂ ਇਹ ਕ੍ਰਿਪਟੋ ਕਰੰਸੀ ਨਾਲ ਰਿਲੇਟਡ ਜਿੰਨੇ ਵੀ ਪਲੇਟਫਾਰਮ ਹੈਗੇ ਆ ਉਹਨਾਂ ਵਿੱਚ ਆਪਦੀ ਹੋਂਦ ਜਮਾਉਣ 'ਤੇ ਲੱਗੀਆਂ ਹੋਈਆਂ ਨੇ ਤੇ ਫਿਰ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਵੀ ਕ੍ਰਿਪਟੋ ਕਰੰਸੀ ਨਾਲ ਰਿਲੇਟਡ ਸਾਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। LG ਨੇ ਆਪਦੀ NFT ਮਾਰਕੀਟ ਪਲੇਸ ਬਣਾਇਆ ਹੈਗਾ ਹੈਡਰਾ ਬਲੌਕਚੇਨ ਦੇ ਉੱਪਰ ਤੇ ਜਿਸ ਨੂੰ ਉਹਨਾਂ ਨੇ ਆਰਟ ਲੈਬ ਦਾ ਨਾਮ ਦਿੱਤਾ ਹੈ ਤੇ ਉੱਥੋਂ ਤੁਸੀਂ ਆਪਦੀਆਂ NFT ਪਰਚੇਜ਼ ਕਰ ਸਕਦੇ ਹੋ ਤੇ ਉਹੀ NFT ਜਿਹੜੀਆਂ ਹੈਗੀਆਂ ਤੁਹਾਡੇ LG TV ਸਕਰੀਨ ਦੇ ਉੱਤੇ ਬ੍ਰੌਡਕਾਸਟ ਵੀ ਕੀਤੀਆਂ ਜਾ ਸਕਣਗੀਆਂ। ਤੇ ਉਹਨਾਂ ਦਾ ਜਿਹੜਾ ਇਹ ਨਵਾਂ ਮਾਰਕੀਟ ਪਲੇਸ NFT ਮਾਰਕੀਟ ਪਲੇਸ ਹੈਗਾ ਉਹ LG ਦੇ OLED ਸਮਾਰਟ TVs ਜਿੰਨੇ ਵੀ ਹੈਗੇ ਆ ਉਹਨਾਂ ਦੇ ਉੱਤੇ ਵਰਕ ਕਰੇਗਾ ਤੇ ਉੱਥੋਂ ਤੁਸੀਂ ਆਪਦੀ ਜਿਹੜੀ ਇਹਨਾਂ NFT ਨੂੰ ਐਕਸੈਸ ਕਰ ਸਕਦੇ ਹੋ ਤੇ ਉਹਨਾਂ ਨੂੰ ਟ੍ਰੇਡ ਵੀ ਕਰ ਸਕੋਗੇ। LG ਆਰਟ ਲੈਬ ਆਪਦਾ ਇਹ ਡਿਜੀਟਲ ਮਾਰਕੀਟ ਪਲੇਸ ਜਿਹੜਾ ਹੈਗਾ ਇਹ ਬੈਰੀ ਐਕਸ ਬਾਲ ਸਟੂਡੀਓ ਦੇ ਕੋਲੈਬੋਰੇਸ਼ਨ ਦੇ ਨਾਲ ਸਥਾਪਿਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜੋ ਸੈਮਸੰਗ ਇਲੈਕਟ੍ਰੋਨਿਕਸ ਹੈ ਉਹ ਪਹਿਲਾਂ ਹੀ ਮਾਰਚ ਵਿੱਚ NFT ਮਾਰਕੀਟ ਵਿੱਚ ਦਾਖਲ ਹੋ ਚੁੱਕੀ ਹੈ। ਅਗਲੀ ਅਪਡੇਟ ਬਾਰੇ ਆਪਾਂ ਗੱਲ ਕਰਦੇ ਹਾਂ। ਇਹ ਇੱਕ ਰਿਪੋਰਟ ਆਈ ਹੈਗੀ ਗਲੋਬਲ ਇਨਵੈਸਟਮੈਂਟ ਜੋ ਕ੍ਰਿਪਟੋ ਕਰੰਸੀ ਵਿੱਚ ਹੋ ਰਹੀ ਹੈ ਵੱਖ-ਵੱਖ ਕੰਪਨੀਆਂ ਦੁਆਰਾ ਉਹਨਾਂ ਬਾਰੇ 'ਚ ਇਹ ਰਿਪੋਰਟ ਪੇਸ਼ ਕੀਤੀ ਗਈ ਹੈ ਗਲੋਬਲ ਆਡਿਟ ਤੇ ਕੰਸਲਟਿੰਗ ਫਰਮ KPMG ਦੁਆਰਾ। ਉਹਨਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜਿਹੜਾ ਕ੍ਰਿਪਟੋ ਕਰੰਸੀ ਵਿੱਚ ਇਨਵੈਸਟਮੈਂਟ ਕੀਤਾ ਹੈ, ਯਾਨੀ ਕਿ ਵੱਡੀਆਂ ਕੰਪਨੀਆਂ ਵੱਖ-ਵੱਖ ਪ੍ਰੋਜੈਕਟਸ 'ਚ ਜਾਂ ਪਲੇਟਫਾਰਮਸ 'ਚ ਆਪਦਾ ਇਨਵੈਸਟ ਕਰਦੀਆਂ ਸੀ ਉਹ ਇਸ ਸਾਲ ਬਹੁਤ ਜ਼ਿਆਦਾ ਘਟ ਗਿਆ। ਪਿਛਲੇ ਸਾਲ ਇਹ ਜਿਹੜਾ ਇਨਵੈਸਟਮੈਂਟ ਸੀ $32.1 ਬਿਲੀਅਨ ਦੇ ਲਗਭਗ ਸੀ ਤੇ ਇਸ ਸਾਲ ਇਹ ਲਗਭਗ ਅੱਧੇ ਤੋਂ ਵੀ ਘਟ ਗਿਆ, $14.2 ਬਿਲੀਅਨ ਹੀ ਰਹਿ ਗਿਆ ਪਹਿਲੇ ਕੁਆਟਰ ਵਿੱਚ। ਤਾਂ ਇਸ ਤੋਂ ਸਪਸ਼ਟ ਹੈ ਕਿ ਜੇਕਰ ਕ੍ਰਿਪਟੋ ਕਰੰਸੀ ਮਾਰਕੀਟ ਵਿੱਚ ਇਨਵੈਸਟਮੈਂਟ ਘਟਿਆ ਤਾਂ ਮਾਰਕੀਟ ਜਿਹੜੀ ਹੈਗੀ ਹੈ ਇਸ ਵੇਲੇ ਜ਼ਿਆਦਾ ਵਧਣ ਫੁੱਲਣ ਦੀ ਸੰਭਾਵਨਾ ਬਹੁਤ ਘੱਟ ਹੈ, ਡਾਊਨ ਟ੍ਰੈਂਡ ਹੀ ਰਹੂਗਾ ਤੇ ਹੋ ਸਕਦਾ ਹੈ ਕਿ ਇਹ ਜਿਹੜਾ 2022 ਸਾਲ ਹੈਗਾ ਇਹ ਕ੍ਰਿਪਟੋ ਕਰੰਸੀ ਲਈ ਐਡਾ ਵਧੀਆ ਨਾ ਰਹੇ ਤੇ 2023 ਦੀ ਸ਼ੁਰੂਆਤ ਤੱਕ ਇਹ ਜਿਹੜਾ ਡਾਊਨਫਾਲ ਇਹ ਜਾ ਸਕਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਥੇਰੀਅਮ ਮਰਜ ਬਾਰੇ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਥੇਰੀਅਮ ਦਾ ਜਿਹੜਾ ਹੈਗਾ ਮਰਜ ਹੋ ਰਿਹਾ ਪ੍ਰੂਫ ਆਫ ਵਰਕ ਤੋਂ ਪ੍ਰੂਫ ਆਫ ਸਟੇਕ ਵੱਲ ਤੇ ਉਹਦੀ ਜਿਹੜੀ ਡੇਟ ਹੈ ਉਹ ਸਤੰਬਰ 15 ਮਿਥੀ ਗਈ ਹੈ। ਸਤੰਬਰ 15 ਤੋਂ 2-4 ਦਿਨ ਪਹਿਲਾਂ ਵੀ ਹੋ ਸਕਦਾ ਹੈ ਜਦੋਂ ਉਹਨਾਂ ਦਾ ਜਿਹੜਾ ਉਹ ਡਿਫੀਕਲਟੀ ਲੈਵਲ ਉਹ ਅਚੀਵ ਹੋ ਜਾਊਗਾ। ਆਪਾਂ ਕੱਲ੍ਹ ਹੀ ਇਸ ਬਾਰੇ ਗੱਲ ਕੀਤੀ ਸੀਗੀ। ਤਾਂ ਇਹਦੇ ਨਾਲ ਸੰਬੰਧਿਤ ਤੁਹਾਡੇ ਵੀ ਕੁਝ ਪ੍ਰਸ਼ਨ ਹੋਣਗੇ
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੋਊਗਾ ਕਿ ਇਥੇਰੀਅਮ ਦਾ ਜਦੋਂ ਮਰਜ ਹੋ ਜਾਊਗਾ ਕਿ ਉਸ ਤੋਂ ਬਾਅਦ ਇਥੇਰੀਅਮ ਦੀ ਫੀਸ ਜਿਹੜੀ ਉਹ ਘਟ ਜਾਏਗੀ। ਨਹੀਂ, ਇਥੇਰੀਅਮ ਦੀ ਫੀਸ ਨਹੀਂ ਘਟੇਗੀ, ਬਲਕਿ ਇਹ ਜਿਹੜੀ ਫੀਸ ਹੈਗੀ ਇਹ ਆਉਣ ਵਾਲੇ ਸਮੇਂ ਵਿੱਚ ਅਗਲੇ ਸਾਲਾਂ ਵਿੱਚ ਜਦੋਂ ਹੋਰ ਅਪਡੇਟਸ ਹੋਣਗੀਆਂ ਤਾਂ ਉਦੋਂ ਹੀ ਇਹ ਜਿਹੜੀ ਫੀਸ ਘਟੇਗੀ। ਫਿਲਹਾਲ ਦੀ ਘੜੀ ਇਸ ਅਪਡੇਟ ਦੇ ਨਾਲ, ਇਸ ਮਰਜ ਦੇ ਨਾਲ ਉਹਦੀ ਫੀਸ ਵਿੱਚ ਕੋਈ ਵੀ ਅਸਰ ਨਹੀਂ ਹੋਣ ਵਾਲਾ, ਉਹਦੀ ਫੀਸ ਹਾਈ ਹੀ ਰਹੂਗੀ। ਅਗਲਾ ਪ੍ਰਸ਼ਨ ਤੁਹਾਡੇ ਮਨ ਵਿੱਚ ਆਉਂਦਾ ਹੋਊਗਾ ਵੀ ਕੀ ਇਥੇਰੀਅਮ ਦੀ ਟ੍ਰਾਂਜੈਕਸ਼ਨ ਸਪੀਡ ਵਿੱਚ ਕੋਈ ਫਰਕ ਪਊਗਾ, ਕੀ ਵਧੂਗੀ? ਹਾਂ, ਵਧੇਗੀ, ਪਰ ਬਹੁਤ ਹੀ ਘੱਟ, ਕਿਉਂਕਿ ਇਸ ਵੇਲੇ ਜੋ ਇਥੇਰੀਅਮ ਦਾ ਬਲੌਕ ਹੈਗਾ ਉਹ 13-14 ਸਕਿੰਟ ਵਿੱਚ ਇਸ਼ੂ ਹੁੰਦਾ ਹੈ, ਯਾਨੀ ਕਿ ਨਵਾਂ ਬਲੌਕ ਬਣਦਾ ਹੈ ਪ੍ਰੂਫ ਆਫ ਵਰਕ ਸਿਸਟਮ ਤੇ ਪ੍ਰੂਫ ਆਫ ਸਟੇਕ ਤੇ ਇਹ ਜਿਹੜਾ 13-14 ਦਾ ਸਕਿੰਟ ਹੈਗੇ ਆ ਇਹ 12 ਸਕਿੰਟਾਂ ਦੇ ਇੰਟਰਵਲ ਵਿੱਚ ਬਦਲ ਜਾਣਗੇ, ਯਾਨੀ ਕਿ ਹਰੇਕ 12 ਸਕਿੰਟ ਦੇ ਬਾਅਦ ਇੱਕ ਨਵਾਂ ਜਿਹੜਾ ਹੈਗਾ ਬਲੌਕ ਉਹ ਬਣ ਜਾਇਆ ਕਰੇਗਾ, ਯਾਨੀ ਕਿ ਬਹੁਤ ਹੀ ਘੱਟ ਫਰਕ ਪਏਗਾ, ਸਿਰਫ ਇੱਕ ਅੱਧੇ ਸੈਕਿੰਡ ਦਾ ਹੀ। ਤਾਂ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਜਿਹੜਾ ਬਹੁਤ ਜ਼ਿਆਦਾ ਇਨਵੈਸਟਰਾਂ ਦੇ ਮਨ ਵਿੱਚ ਆਉਂਦਾ ਹੈ ਵੀ ਕੀ ਇਹਦੇ ਨਾਲ ਈਥਰ ਦਾ ਪ੍ਰਾਈਸ ਵਧੂਗਾ, ਜਿਹੜਾ ਇਥੇਰੀਅਮ ਬਲੌਕਚੇਨ ਦਾ ਬੇਸਿਕ ਟੋਕਨ ਹੈਗਾ ਉਹਨਾਂ ਦਾ ਈਥਰ, ਵੀ ਕੀ ਉਹਦਾ ਪ੍ਰਾਈਸ ਵਧੂਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰਾਈਸ ਨਾਲ ਹੀ ਲੈਣਾ ਦੇਣਾ ਹੁੰਦਾ ਹੈ। ਬਾਕੀ ਮੇਨ ਮੁੱਦਾ ਵੀ ਇਹੀ ਹੈ ਕਿ ਲੋਕੀ ਕ੍ਰਿਪਟੋ ਕਰੰਸੀ ਵਿੱਚ ਤਾਂ ਹੀ ਇਨਵੈਸਟ ਕਰਦੇ ਆ ਤਾਂ ਕਿ ਉਹਨਾਂ ਨੂੰ ਪੈਸਾ ਬਣ ਸਕੇ, ਪਰ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਵੀ ਕੀ ਉਹਦੇ ਪ੍ਰਾਈਸ ਵਿੱਚ ਕੁਝ ਵਾਧਾ ਹੋਏਗਾ ਜਾਂ ਨਹੀਂ। ਹਾਂ, ਹੋ ਸਕਦਾ ਹੈ ਕਿ ਕੁਝ ਸਮੇਂ ਲਈ ਉਹਦੇ ਪ੍ਰਾਈਸ ਵਿੱਚ ਥੋੜਾ ਵਾਧਾ ਹੋਵੇ, ਕਿਉਂਕਿ ਮਰਜ ਨਾਲ ਕੀ ਹੋ ਰਿਹਾ ਹੈ ਕਿ ਜਿਹੜਾ এনवायरमेंट ਤੇ ਉਹਦਾ ਅਸਰ ਪੈਂਦਾ ਸੀਗਾ ਉਹ ਘਟ ਜਾਵੇਗਾ, ਜਿਹੜੀ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਹੁੰਦੀ ਸੀ ਉਹ ਘਟ ਜਾਵੇਗੀ। ਤਾਂ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੇ এনवायरमेंट ਫਰੈਂਡਲੀ ਲੋਕ ਨੇ ਉਹ ਇਸ ਨੂੰ ਬਾਏ ਕਰ ਲੈਣ, ਜਾਂ ਇੱਕ ਤਰ੍ਹਾਂ ਦਾ ਫੀਅਰ ਆਫ ਮਿਸਿੰਗ ਆਊਟ ਜਿਹਨੂੰ ਆਪਾਂ ਕਹਿੰਦੇ ਆ ਵੀ ਹਾਏ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ, ਇਥੇਰੀਅਮ ਨੂੰ ਬਾਏ ਕਰ ਲਵਾਂ, ਕਿਉਂਕਿ ਬਹੁਤ ਰੌਲਾ ਪਿਆ ਹੋਇਆ ਹੈ ਨਾ ਇਹਦੇ ਮਰਜ ਦਾ। ਤਾਂ ਹੋ ਸਕਦਾ ਹੈ ਕਿ ਇਸ ਕਰਕੇ ਇਥੇਰੀਅਮ ਦੀ ਡਿਮਾਂਡ ਵੱਧ ਜਾਵੇ ਤੇ ਉਹਦਾ ਪ੍ਰਾਈਸ ਉੱਪਰ ਨੂੰ ਚਲਾ ਜਾਵੇ। ਵੈਸੇ ਮਾਰਕੀਟ ਦੀ ਕੰਡੀਸ਼ਨਸ ਤਾਂ ਇਸ ਵੇਲੇ ਬਹੁਤ ਡਾਊਨ ਹੈ, ਪਰ ਜੇਕਰ ਫਿਰ ਵੀ ਇਹਦਾ ਪ੍ਰਾਈਸ ਵੱਧਦਾ ਹੈ ਤਾਂ ਇੱਕ ਬਹੁਤ ਵਧੀਆ ਚੰਗੀ ਗੱਲ ਹੈ, ਪਰ ਡੈਫੀਨੇਟਲੀ ਨਹੀਂ ਕਿਹਾ ਜਾ ਸਕਦਾ ਵੀ ਇਹਦਾ ਪ੍ਰਾਈਸ ਵਧੇਗਾ ਜਾਂ ਘਟੇਗਾ। ਹੋ ਸਕਦਾ ਹੈ ਕਿ ਮਰਜ ਤੋਂ ਬਾਅਦ ਇਹਦਾ ਪ੍ਰਾਈਸ ਘਟ ਵੀ ਜਾਵੇ। ਇਸ ਲਈ ਜੇਕਰ ਤੁਸੀਂ ਇਹਦੇ ਵਿੱਚ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਦੀ ਰਿਸਰਚ ਜ਼ਰੂਰ ਕਰ ਲਿਓ। ਹੁਣ ਕਈਆਂ ਦੇ ਮਨ ਵਿੱਚ ਇਹ ਵੀ ਪ੍ਰਸ਼ਨ ਆਉਂਦਾ ਹੋਊਗਾ, ਪਹਿਲਾਂ ਇਥੇਰੀਅਮ ਦੀ ਬਲੌਕਚੇਨ ਪ੍ਰੂਫ ਆਫ ਵਰਕ ਸੀਗੀ, ਉਹਦੇ ਨਾਲੋਂ ਪ੍ਰੂਫ ਆਫ ਸਟੇਕ ਕੀ ਬੈਟਰ ਹੈ? ਤਾਂ ਇਹਦੇ ਬਾਰੇ 'ਚ ਕਾਫੀ ਲੋਕਾਂ ਦੁਆਰਾ ਆਪਦੇ ਵੱਖ-ਵੱਖ ਵਿਚਾਰ ਨੇ। ਪ੍ਰੂਫ ਆਫ ਸਟੇਕ ਬਾਰੇ ਕਿਹਾ ਜਾ ਰਿਹਾ ਹੈ ਕਿ ਇਹਦੇ ਨਾਲ ਇਥੇਰੀਅਮ ਦੀ એનર્ਜੀ ਯੂਜ਼ੇਜ ਜਿਹੜੀ ਹੋਊਗੀ, ਯਾਨੀ ਕਿ ਜਿਹੜਾ ਇਥੇਰੀਅਮ ਹੁਣ ਇਸ ਵੇਲੇ ਬਿਜਲੀ ਕੰਜ਼ਿਊਮ ਕਰ ਰਿਹਾ ਹੈ ਉਹਦੇ ਵਿੱਚ 99.95% ਦੀ ਕਟੌਤੀ ਹੋਵੇਗੀ, ਯਾਨੀ ਕਿ ਲਗਭਗ એનર્ਜੀ ਨਾ ਦੇ ਬਰਾਬਰ ਹੀ ਯੂਜ਼ ਹੋਏਗੀ। ਕਿਉਂਕਿ ਪ੍ਰੂਫ ਆਫ ਵਰਕ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੇ ਮਾਈਨਰ ਸੀ ਉਹਨਾਂ ਨੂੰ ਵੱਡੇ ਵੱਡੇ ਕੰਪਿਊਟਰ ਸਿਸਟਮ ਲਾ ਕੇ ਮਾਈਨਿੰਗ ਕਰਨੀ ਪੈਂਦੀ ਸੀਗੀ, ਤੇ ਜਦੋਂ ਕਿ ਪ੍ਰੂਫ ਆਫ ਸਟੇਕ ਵਿੱਚ ਜਿਹਦੇ ਕੋਲ 32 ਈਥਰ ਹੋਣਗੇ ਉਹ ਆਪਦੇ ਈਥਰਾਂ ਨੂੰ ਸਟੇਕ ਤੇ ਲਾ ਕੇ ਕੰਸੈਸਿਸ ਮੈਕੈਨਿਜ਼ਮ ਦਾ ਹਿੱਸਾ ਬਣ ਸਕਦਾ ਹੈ। ਪਰ ਦੂਜੇ ਪਾਸੇ ਕਈ ਲੋਕਾਂ ਵੱਲੋਂ ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪ੍ਰੂਫ ਆਫ ਸਟੇਕ ਜੋ ਹੈ ਉਹ ਪ੍ਰੂਫ ਆਫ ਵਰਕ ਜਿੰਨੀ ਵਧੀਆ ਕਾਰਗਰ ਸਿੱਧ ਨਹੀਂ ਹੋਊਗੀ। ਉਹਨਾਂ ਦਾ ਕਹਿਣਾ ਹੈ ਕਿ ਜਿਹਦੇ ਕੋਲ ਜ਼ਿਆਦਾ ਪੈਸਾ ਹੋਊਗਾ ਉਹ ਆਪਦੇ ਜ਼ਿਆਦਾ ਈਥਰ ਸਟੇਕ ਤੇ ਲਾ ਕੇ ਨੈਟਵਰਕ ਨੂੰ ਕੰਟਰੋਲ ਕਰਨ ਦੀ ਪਾਵਰ ਰੱਖੇਗਾ, ਜਦੋਂ ਕਿ ਇਹ ਗੱਲ ਪ੍ਰੂਫ ਆਫ ਵਰਕ ਬਾਰੇ ਵੀ ਕਹੀ ਜਾ ਰਹੀ ਹੈ ਕਿ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਹੁੰਦਾ ਹੈ ਉਹ ਆਪਦੇ ਵੱਡੇ ਮਾਈਨਿੰਗ ਫਾਰਮ ਲਾ ਕੇ ਨੈਟਵਰਕ ਨੂੰ ਜ਼ਿਆਦਾ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਦੇਖੋ, ਦੋਵਾਂ ਦੇ ਆਪਦੇ ਬੈਨੀਫਿਟ ਤੇ ਆਪਦੇ ਨੁਕਸਾਨ ਨੇ, ਪ੍ਰੂਫ ਆਫ ਵਰਕ ਮੈਕੈਨਿਜ਼ਮ ਦੇ ਤੇ ਪ੍ਰੂਫ ਆਫ ਸਟੇਕ ਮੈਕੈਨਿਜ਼ਮ ਦੇ। ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਏਗਾ ਕਿ ਪ੍ਰੂਫ ਆਫ ਸਟੇਕ ਕੀ ਈਥਰ ਲਈ ਇੱਕ ਵਧੀਆ ਗੱਲ ਹੈ ਜਾਂ ਨਹੀਂ। ਮਰਜ ਕਦੋਂ ਹੋ ਰਿਹਾ ਹੈ? ਵੈਸੇ ਤਾਂ ਇਹ ਸਤੰਬਰ 15 ਇਹਦੀ ਡੇਟ ਮਿੱਥੀ ਗਈ ਹੈ, ਪਰ ਇਹ ਐਗਜ਼ੈਕਟ ਡੇਟ ਨਹੀਂ ਆਪਾਂ ਕਹਿ ਸਕਦੇ ਵੀ ਸਤੰਬਰ 15 ਨੂੰ ਹੋਣਾ ਹੀ ਹੋਣਾ ਹੈ। ਅਸਲ ਵਿੱਚ ਇੱਕ ਡਿਫਿਕਲਟੀ ਲੈਵਲ ਉਹਨਾਂ ਨੇ ਮਿੱਥਿਆ ਹੋਇਆ ਹੈ, ਟੋਟਲ ਟਰਮੀਨਲ ਡਿਫਿਕਲਟੀ ਜਿਹੜੀ 5875 ਤੇ 19 ਵਾਰ 0। ਜਦੋਂ ਇਹ ਡਿਫਿਕਲਟੀ ਲੈਵਲ ਅਚੀਵ ਹੋ ਜਾਊਗਾ ਉਦੋਂ ਹੀ ਇਥੇਰੀਅਮ ਦਾ ਜਿਹੜਾ ਪ੍ਰੂਫ ਆਫ ਵਰਕ ਮੈਕੈਨਿਜ਼ਮ ਹੈ ਉਹ ਪ੍ਰੂਫ ਆਫ ਸਟੇਕ ਵੱਲ ਮਰਜ ਹੋ ਜਾਵੇਗਾ। ਇਹ 14-15 ਸਤੰਬਰ ਦੇ ਲਗਭਗ ਹੋਣ ਦੀ ਇਹਦੀ ਸੰਭਾਵਨਾ ਹੈ, ਕਿਉਂਕਿ ਉਦੋਂ ਇਹ ਡਿਫਿਕਲਟ ਲੈਵਲ ਅਚੀਵ ਕੀਤਾ ਜਾਏਗਾ। ਕੀ ਤੁਸੀਂ ਇੱਕ ਇਥੇਰੀਅਮ ਵੈਲੀਡੇਟਰ ਬਣ ਸਕਦੇ ਹੋ ਆਪਦੇ ਈਥਰ ਨੂੰ ਸਟੇਕ ਕਰਕੇ? ਹਾਂਜੀ, ਬਿਲਕੁਲ ਬਣ ਸਕਦੇ ਹੋ। ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਕਿ ਜੇਕਰ ਤੁਹਾਡੇ ਕੋਲ 32 ਈਥਰ ਨੇ ਤਾਂ ਤੁਸੀਂ ਉਹਨਾਂ ਨੂੰ ਸਟੇਕ ਤੇ ਰੱਖ ਕੇ ਵੈਲੀਡੇਟਰ ਬਣ ਸਕਦੇ ਹੋ ਤੇ ਬਦਲੇ ਵਿੱਚ ਤੁਹਾਨੂੰ ਰਿਵਾਰਡਸ ਮਿਲਣਗੇ ਈਥਰ ਦੇ ਰੂਪ ਵਿੱਚ। ਹਾਂ, ਜੇਕਰ ਤੁਹਾਡੇ ਕੋਲ ਇਹਨਾਂ ਤੋਂ ਘੱਟ ਈਥਰ ਨੇ, ਕਿਉਂਕਿ 32 ਈਥਰ ਹੋਣੇ ਵੀ ਕੋਈ ਛੋਟੀ ਵੱਡੀ ਗੱਲ ਨਹੀਂ, ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹੀ ਇੰਨੇ ਈਥਰ
ਲੈ ਸਕਦਾ ਹੈ ਤੇ ਉਹੀ ਇਹਨੇ ਸਟੇਕ ਕਰ ਸਕਦਾ ਹੈ। ਜੇਕਰ ਤੁਹਾਡੇ ਕੋਲ ਘੱਟ ਇਥੇਰੀਅਮ ਨੇ ਤਾਂ ਤੁਸੀਂ ਜਿਹੜੇ ਸੈਂਟਰਲਾਈਜ਼ਡ ਸਿਸਟਮ ਨੇ ਯਾਨੀ ਕਿ ਵੱਖ-ਵੱਖ ਐਕਸਚੇਂਜ ਨੇ, ਜਿਵੇਂ ਕੋਇਨਬੇਸ ਐਕਸਚੇਂਜ ਹੋ ਗਈ ਜਾਂ ਬਾਈਨੈਂਸ ਹੋ ਗਈ, ਉੱਥੇ ਤੁਸੀਂ ਆਪਦੇ ਈਥਰ ਨੂੰ ਸਟੇਕ ਤੇ ਲਗਾ ਕੇ ਰਿਵਾਰਡ ਪ੍ਰਾਪਤ ਕਰ ਸਕਦੇ ਹੋ। ਪਰ ਉਹਦੇ ਵਿੱਚ ਇਹ ਆ ਵੀ ਕੁਝ ਕਮਿਸ਼ਨ ਇਹ ਜਿਹੜੀਆਂ ਸੈਂਟਰਲਾਈਜ਼ਡ ਐਕਸਚੇਂਜ ਨੇ ਉਹ ਵੀ ਆਪਦੇ ਕੋਲ ਰੱਖਣਗੀਆਂ। ਹੁਣ ਤੁਹਾਡੇ ਮਨ ਵਿੱਚ ਇਹ ਪ੍ਰਸ਼ਨ ਆਉਂਦਾ ਹੋਊਗਾ ਕਿ ਜਿਹੜੇ ਤੁਸੀਂ ਇਹ ਸਟੇਕ ਤੇ ਲਗਾਓਗੇ ਆਪਦੇ ਈਥਰ, ਇਹਨਾਂ ਨਾਲ ਕੀ ਹੋਊਗਾ, ਜਾਂ ਕਹਿਣ ਤੋਂ ਭਾਵ ਕਿ ਇਹ ਤੁਹਾਨੂੰ ਵਾਪਸ ਕਦੋਂ ਮਿਲਣਗੇ। ਤਾਂ ਜਿਹੜੇ ਵੀ ਈਥਰ ਤੁਸੀਂ ਸਟੇਕ ਤੇ ਲਾ ਰਹੇ ਹੋ, ਇਹ ਜਦੋਂ ਇਹਦਾ ਇਥੇਰੀਅਮ ਦਾ ਮਰਜ ਦਾ ਪੂਰਾ ਕੰਪਲੀਟ ਹੋ ਗਿਆ ਸਿਸਟਮ, ਯਾਨੀ ਕਿ ਪੂਰੀ ਤਰ੍ਹਾਂ ਅਪਡੇਟ ਹੋ ਗਿਆ, ਸਹੀ ਤਰ੍ਹਾਂ ਸਿਸਟਮ ਚੱਲਣ ਲੱਗ ਪਿਆ, ਤਾਂ ਉਸ ਤੋਂ ਬਾਅਦ ਇਹ ਤੁਸੀਂ ਇਹਨੂੰ ਆਪਦੇ ਸਟੇਕ ਨੂੰ ਅਨਸਟੇਕ ਕਰ ਸਕਦੇ ਹੋ। ਯਾਨੀ ਕਿ 6 ਮਹੀਨਿਆਂ ਤੋਂ ਲੈ ਕੇ 12 ਸਮਾਂ ਵੀ ਲੱਗ ਸਕਦਾ ਹੈ। ਯਾਨੀ ਕਿ ਜੇ ਤੁਸੀਂ ਹੁਣ ਆਪਦੇ ਇਥੇਰੀਅਮ ਨੂੰ ਸਟੇਕ ਕਰਦੇ ਹੋ ਤਾਂ ਉਹ ਤੁਹਾਨੂੰ ਅਗਲੇ ਸਾਲ ਹੀ ਵਾਪਸ ਮਿਲਦੇ ਆ। ਇਸ ਲਈ ਆਪਦਾ ਸੋਚ ਸਮਝ ਕੇ ਇਥੇਰੀਅਮ ਨੂੰ ਸਟੇਕ ਕਰਿਓ। ਕਿਵੇਂ ਐਵੇਂ ਕਿਸੇ ਦੀਆਂ ਸੁਣੀਆਂ ਸੁਣਾਈਆਂ ਵਿੱਚ ਨਾ ਆ ਜਾਓ ਵੀ ਤੁਹਾਡਾ ਪੈਸਾ ਬਸ ਹੁਣੇ ਦੁੱਗਣਾ ਹੋ ਜਾਣਾ ਤੇ ਇੱਥੇ ਸਟੇਕ ਕਰ ਦਿਓ। ਵੀ ਉਹ ਪੈਸਾ ਤੁਹਾਡਾ ਵਧੇਗਾ, ਕਿਸ ਹਿਸਾਬ ਨਾਲ ਵਧੂਗਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਤੁਹਾਡਾ ਜਿਹੜਾ ਇਥੇਰੀਅਮ ਹੈਗਾ ਇੱਕ ਨਾਲ ਜ਼ਰੂਰ ਲੌਕ ਹੋ ਜਾਣਾ ਹੈ। ਘੱਟੋ ਘੱਟ 6 ਮਹੀਨਿਆਂ ਲਈ ਤਾਂ ਲੌਕ ਹੀ ਹੋ ਜਾਣਾ ਹੈ। ਅਤੇ ਜੇਕਰ ਤੁਸੀਂ ਡੀਸੈਂਟਰਲਾਈਜ਼ਡ ਸਿਸਟਮ ਰਾਹੀਂ, ਵਾਲੇਟ ਰਾਹੀਂ ਸਟੇਕ ਕਰਦੇ ਹੋ, ਫਿਰ ਤਾਂ ਇਹ ਜਦੋਂ ਪੂਰੀ ਤਰ੍ਹਾਂ ਅਪਡੇਟ ਹੋ ਜਾਊਗਾ ਉਹ ਤੋਂ ਬਾਅਦ ਤੁਸੀਂ ਆਪਦੇ ਅਕੋਰਡਿੰਗ ਉਹ ਸਟੇਕਡ ਈਥਰ ਨੂੰ ਅਨਸਟੇਕ ਕਰ ਸਕਦੇ ਹੋ। ਅਤੇ ਪਰ ਜੇਕਰ ਤੁਸੀਂ ਸੈਂਟਰਲਾਈਜ਼ਡ ਸਿਸਟਮ ਯੂਜ਼ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਸੈਂਟਰਲਾਈਜ਼ਡ ਸਿਸਟਮ 'ਤੇ ਹੀ ਡਿਪੈਂਡ ਰਹਿਣਾ ਪੈਣਾ ਹੈ ਵੀ ਜਦੋਂ ਉਹ ਤੁਹਾਡੇ ਸਟੇਕਡ ਈਥਰ ਨੂੰ ਅਨਲੌਕ ਕਰਨਗੇ ਉਦੋਂ ਹੀ ਤੁਸੀਂ ਉਹਨੂੰ ਆਪਦਾ ਵਿਡਰੋਲ ਕਰ ਸਕਦੇ ਹੋਵੋਗੇ। ਹੁਣ ਕਈਆਂ ਦੇ ਮਨ ਵਿੱਚ ਆਉਂਦਾ ਹੋਊਗਾ ਵੀ ਜਦੋਂ ਇਥੇਰੀਅਮ ਦਾ ਮਰਜ ਹੋ ਗਿਆ ਵੀ ਕੀ ਸਾਨੂੰ ਵੀ ਆਪਦੇ ਈਥਰ ਨੂੰ ਅਪਡੇਟ ਕਰਨ ਦੇ ਲਈ ਕੁਝ ਕਰਨਾ ਪਏਗਾ, ਕਿਉਂਕਿ ਬਹੁਤ ਜ਼ਿਆਦਾ ਲੋਕਾਂ ਕੋਲ ਅਜਿਹੇ ਮੈਸੇਜ ਆਉਣਗੇ ਵੀ ਇਸ ਐਡਰੈਸ 'ਤੇ ਆਪਦੇ ਪੁਰਾਣੇ ਈਥਰ ਨੂੰ ਭੇਜੋ, ਅਸੀਂ ਤੁਹਾਨੂੰ ਨਵਾਂ ਪ੍ਰੂਫ ਆਫ ਸਟੇਕ ਈਥਰ ਜਾਂ ETH2 ਟੋਕਨ ਦੇਵਾਂਗੇ। ਤਾਂ ਅਜਿਹੇ ਸਕੈਮਰਾਂ ਤੋਂ ਬਚ ਕੇ ਰਹਿਣਾ, ਕਿਉਂਕਿ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਜਿੱਥੇ ਵੀ ਤੁਹਾਡੇ ਇਥੇਰੀਅਮ ਪਏ ਹੈਗੇ ਆ, ਚਾਹੇ ਸੈਂਟਰਲਾਈਜ਼ਡ ਐਕਸਚੇਂਜ 'ਤੇ, ਫਿਰ ਤਾਂ ਤੁਹਾਨੂੰ ਬਿਲਕੁਲ ਹੀ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਜੋ ਕੁਝ ਵੀ ਕਰਨਾ ਐਕਸਚੇਂਜ ਨੇ ਆਪਣੇ ਆਪ ਹੀ ਕਰ ਦੇਣਾ। ਅਤੇ ਚਾਹੇ ਤੁਹਾਡੇ ਵਾਲੇਟ ਵਿੱਚ ਪਏ ਆ, ਉੱਥੇ ਵੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਜੋ ਇਥੇਰੀਅਮ ਹੈਗੇ ਆ ਅਪਡੇਟ ਹੋ ਜਾਣੇ। ਹਾਂ, ਪਰ ਜੋ ਇਥੇਰੀਅਮ ਸੌਫਟਵੇਅਰ ਪ੍ਰੋਵਾਈਡਰਸ ਨੇ, ਯਾਨੀ ਕਿ ਜਿੱਥੇ ਬਲੌਕਚੇਨ ਰਨ ਕਰਦੀ ਹੈ, ਜਿਹੜੇ ਨੋਡ ਆਪਰੇਟਰਸ ਨੇ, ਉਹਨਾਂ ਨੂੰ ਆਪਦੇ ਕੰਪਿਊਟਰ ਸਿਸਟਮ ਵਿੱਚ ਆਪਦੇ ਸੌਫਟਵੇਅਰ ਜ਼ਰੂਰ ਅਪਗ੍ਰੇਡ ਕਰਨੇ ਪੈਣਗੇ ਤਾਂ ਕਿ ਉਹ ਜਿਹੜੇ ਨਵੇਂ ਵਰਸ਼ਨ 'ਤੇ ਕੰਮ ਕਰ ਸਕਦੇ ਹੋਣ। ਪਰ ਜਿਨ੍ਹਾਂ ਨੇ ਈਥਰ ਖਰੀਦ ਕੇ ਆਪਦੇ ਰੱਖੇ ਹੋਏ ਆ, ਉਹਨਾਂ ਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ, ਕੁਝ ਵੀ ਨਹੀਂ ਉਹਨਾਂ ਨੇ ਕਰਨਾਗਾ। ਉਹਨਾਂ ਨੂੰ ਆਪਣੇ ਆਪ ਹੀ ਜਿਹੜਾ ਹੈਗਾ ਈਥਰ ਉਹਨਾਂ ਦਾ ਅਪਡੇਟ ਹੋ ਜਾਊਗਾ ਬੈਕ ਐਂਡ 'ਤੇ, ਕੋਈ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਹਾਂ, ਇਹ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਈਥਰ ਦੇ ਬਦਲੇ 2 ਈਥਰ ਵੀ ਮਿਲ ਜਾਣ। 2 ਈਥਰ ਉਸ ਹਿਸਾਬ ਨਾਲ ਨਹੀਂ, ਮੇਰੇ ਕਹਿਣ ਦਾ ਮਤਲਬ ਕਿ ਇੱਕ ਤਾਂ ਜਿਹੜਾ ਹੈਗਾ ਪ੍ਰੂਫ ਆਫ ਸਟੇਕ ਇਥੇਰੀਅਮ ਮਿਲੂਗਾ, ਉਹ ਤਾਂ ਮਿਲਣਾ ਹੀ ਮਿਲਣਾ, ਉਹ ਤਾਂ ਹੈ ਹੀ ਹੈ ਤੁਹਾਡਾ। ਤਾਂ ਹੋ ਸਕਦਾ ਹੈ ਕਿ ਕੁਝ ਜਿਹੜੇ ਵੈਲੀਡੇਟਰ ਹੈਗੇ ਆ, ਕੁਝ ਮਾਈਨਰ ਹੈਗੇ ਆ, ਉਹ ਪ੍ਰੂਫ ਆਫ ਵਰਕ ਜਿਹੜੀ ਬਲੌਕਚੇਨ ਹੈ ਉਹਨੂੰ ਵੀ ਚਾਲੂ ਰੱਖਣਾ ਜਾਰੀ ਰੱਖਣ। ਤਾਂ ਉਹਦੇ ਨਾਲ ਕੀ ਹੋਊਗਾ ਕਿ ਇਥੇਰੀਅਮ ਵੀ 2 ਬਣ ਜਾਣਗੇ, ਇੱਕ ਪ੍ਰੂਫ ਆਫ ਸਟੇਕ ਵਾਲਾ ਇਥੇਰੀਅਮ ਅਤੇ ਇੱਕ ਪ੍ਰੂਫ ਆਫ ਵਰਕ ਵਾਲਾ ਇਥੇਰੀਅਮ। ਜੇਕਰ ਤੁਸੀਂ ਤੁਹਾਡੇ ਇਥੇਰੀਅਮ ਡੀਸੈਂਟਰਲਾਈਜ਼ਡ ਵਾਲੇਟ ਵਿੱਚ ਨੇ ਜਾਂ ਤੁਹਾਡੇ ਹਾਰਡਵੇਅਰ ਵਾਲੇਟ ਵਿੱਚ ਹੈਗੇ ਆ, ਫਿਰ ਤਾਂ ਤੁਹਾਨੂੰ ਇਹ ਉਸੇ ਵੇਲੇ 2 ਸ਼ੋ ਹੋਣ ਲੱਗ ਪੈਣਗੇ ਜੇਕਰ ਉਹਦੇ ਵਿੱਚ ਫੋਕ ਹੁੰਦਾ ਹੈ ਤਾਂ, ਯਾਨੀ ਕਿ ਇਥੇਰੀਅਮ ਦੀ ਜਿਹੜੀ ਬਲੌਕਚੇਨ ਹੈ ਉਹਦੇ ਵਿੱਚ ਹਾਰਡ ਫੋਕ ਹੁੰਦਾ ਹੈ, ਫਿਰ ਤਾਂ 2 ਦਿਸਣਗੇ। ਅਤੇ ਜੇਕਰ ਤੁਹਾਡੇ ਜਿਹੜੇ ਸੈਂਟਰਲਾਈਜ਼ਡ ਐਕਸਚੇਂਜ ਨੇ, ਅਤੇ ਜੇਕਰ ਉਹ ਐਕਸਚੇਂਜ ਇਥੇਰੀਅਮ ਦੇ ਉਸ ਪ੍ਰੂਫ ਆਫ ਵਰਕ ਮਕੈਨਿਜ਼ਮ ਨੂੰ ਸਪੋਰਟ ਕਰਦੀ ਹੈ, ਫਿਰ ਤਾਂ ਉੱਥੇ ਵੀ ਤੁਹਾਨੂੰ 2 ਦਿਸਣਗੇ। ਅਦਰਵਾਈਜ਼ ਜੇਕਰ ਉਹ ਜਿਹੜੀ ਐਕਸਚੇਂਜ ਹੈਗੀ ਜਾਂ ਸੈਂਟਰਲਾਈਜ਼ਡ ਸਿਸਟਮ ਹੈਗਾ ਉਹ ਇਥੇਰੀਅਮ ਦੇ ਪ੍ਰੂਫ ਆਫ ਵਰਕ ਸਿਸਟਮ ਨੂੰ ਸਪੋਰਟ ਕਰਨਾ ਜੇਕਰ ਉਹਨੇ ਛੱਡ ਦਿੱਤਾ, ਤਾਂ ਫਿਰ ਤੁਹਾਨੂੰ ਇੱਕ ਹੀ ਇਥੇਰੀਅਮ ਦਿਸੂਗਾ। ਅਤੇ ਜੇਕਰ ਤੁਹਾਨੂੰ 2 ਇਥੇਰੀਅਮ ਦਿਸਦੇ ਆ, ਯਾਨੀ ਕਿ ਇੱਕ ਹੋਰ ਇਥੇਰੀਅਮ ਜਿਹੜਾ ਪ੍ਰੂਫ ਆਫ ਵਰਕ ਮਕੈਨਿਜ਼ਮ ਵਾਲਾ ਉਹ ਵੀ ਦਿਸਦਾ ਹੈਗਾ, ਤਾਂ ਕੋਸ਼ਿਸ਼ ਕਰਿਓ ਕਿ ਉਦੋਂ ਹੀ ਵੇਚ ਦੇਵੋ, ਕਿਉਂਕਿ ਜਿਹੜਾ ਪ੍ਰੂਫ ਆਫ ਸਟੇਕ ਮਕੈਨਿਜ਼ਮ ਹੈਗਾ ਉਹਦੇ ਯੂਜ਼ਰਸ ਇਹ ਨਹੀਂ ਚਾਹੁੰਗੇ ਕਿ ਪ੍ਰੂਫ ਆਫ ਵਰਕ 'ਤੇ ਕੁਝ ਬਾਕੀ ਰਵੇ। ਇਸ ਲਈ ਹੋ ਸਕਦਾ ਹੈ ਕਿ ਥੋੜ੍ਹੇ ਸਮੇਂ ਲਈ ਲੋਕ ਆਪਦਾ ਪੈਸਾ ਕਮਾਉਣ ਦੇ ਲਈ ਪ੍ਰੂਫ ਆਫ ਵਰਕ ਚੇਨ ਨੂੰ ਕੰਟੀਨਿਊ ਰੱਖਣ, ਅਤੇ ਤੁਸੀਂ ਲਾਲਚ ਵਿੱਚ ਆ ਜਾਓ ਵੀ ਸਾਡੇ ਕੋਲ 2 ਇਥੇਰੀਅਮ ਹੋ ਗਏ, ਹੁਣ ਜਿਹੜਾ ਪ੍ਰੂਫ ਆਫ ਵਰਕ ਵਾਲਾ ਇਥੇਰੀਅਮ ਇਹ ਵੀ ਅਸੀਂ ਆਪਦੇ ਕੋਲ ਰੱਖੀਏ ਅਤੇ ਇਹਦੇ ਵਿੱਚ ਜਦੋਂ ਪ੍ਰਾਈਸ ਵਿੱਚ ਵਾਧਾ ਹੋਊਗਾ ਉਦੋਂ ਵੇਚਾਂਗੇ। ਅਜਿਹਾ ਨਾ ਸੋਚਿਓ, ਇਸ ਚੱਕਰ ਵਿੱਚ ਨਾ ਫਸਿਓ। ਜਦੋਂ ਹੀ ਤੁਹਾਨੂੰ ਉਹ ਦੂਜਾ ਇਥੇਰੀਅਮ ਮਿਲੇ ਅਤੇ ਨਾਲ ਦੀ ਨਾਲ ਹੀ ਉਹਨੂੰ ਜ਼ਰੂਰ ਵੇਚ ਦਿਓ। ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਉਸ ਇਥੇਰੀਅਮ 'ਤੇ ਤੁਹਾਨੂੰ ਟੈਕਸ ਵੀ ਪੈਣਾ ਹੈ, ਟੈਕਸ ਵੀ ਉਸ ਰੇਟ 'ਤੇ ਜਿਸ ਰੇਟ 'ਤੇ ਉਹ ਤੁਹਾਨੂੰ ਇਥੇਰੀਅਮ ਤੁਹਾਡੇ ਅਕਾਊਂਟ ਵਿੱਚ ਆ ਗਿਆ ਜਦੋਂ ਤੁਹਾਨੂੰ ਉਹ ਇਥੇਰੀਅਮ ਮਿਲਿਆ। ਅਤੇ ਜੇਕਰ ਉਹ ਤੋਂ ਬਾਅਦ ਉਹਦੀ ਪ੍ਰਾਈਸ ਘਟ ਗਈ ਤਾਂ ਫਿਰ ਤਾਂ ਤੁਹਾਨੂੰ ਦੇਖੋ ਵੀ ਵੱਧਦੀ ਹੋਈ ਪ੍ਰਾਈਸ 'ਤੇ ਟੈਕਸ ਲੱਗਣਾ ਜੇ।
ਇੱਕ ਹੋਰ ਘਾਟੇ ਦਾ ਸੌਦਾ ਹੋ ਜਾਣਾ। ਇਸ ਲਈ ਜਦੋਂ ਵੀ ਤੁਹਾਡੇ ਕੋਲ ਦੂਜਾ ਇਥੇਰੀਅਮ ਜੇਕਰ ਆਵੇ ਵੀ, ਤਾਂ ਵੈਸੇ ਬਹੁਤ ਘੱਟ ਸੰਭਾਵਨਾ ਹੈ ਸੈਂਟਰਲਾਈਜ਼ਡ ਐਕਸਚੇਂਜ 'ਤੇ, ਜੇਕਰ ਫਿਰ ਵੀ ਉਹ ਇਥੇਰੀਅਮ ਇੱਕ ਆਉਂਦਾ ਹੈਗਾ ਇੱਕ ਨਵਾਂ ਪ੍ਰੂਫ ਆਫ ਵਰਕ ਵਾਲਾ, ਤਾਂ ਉਹਨੂੰ ਉਸੇ ਵੇਲੇ ਹੀ ਵੇਚਣ ਦੀ ਕੋਸ਼ਿਸ਼ ਕਰੋ, ਲੌਂਗ ਟਰਮ ਲਈ ਹੋਲਡ ਨਾ ਕਰਿਓ। ਹੁਣ ਤੁਹਾਡੇ ਮਨ ਵਿੱਚ ਇਹ ਵੀ ਪ੍ਰਸ਼ਨ ਆ ਸਕਦਾ ਹੈ ਵੀ ਕੀ ਇਹ ਜਿਹੜਾ ਅਪਡੇਸ਼ਨ ਹੋ ਰਹੀ ਹੈ, ਇਹ ਮਰਜ ਹੋ ਰਿਹਾ, ਕੀ ਇਹ ਫੁੱਲ ਹੋ ਸਕਦਾ ਹੈ? ਹਾਂ, ਹੋ ਸਕਦਾ ਹੈ, ਪਰ ਇਹਦੇ ਬਹੁਤ ਹੀ ਘੱਟ ਚਾਂਸ ਨੇ, ਕਿਉਂਕਿ ਜਿਹੜਾ ਇਹ ਮਰਜ ਹੋ ਰਿਹਾ ਹੈ ਨਾ, ਇਹ 2015 ਤੋਂ ਹੀ ਸੋਚਿਆ ਹੋਇਆ ਸੀਗਾ। ਜਦੋਂ ਇਥੇਰੀਅਮ ਬਣਿਆ ਸੀਗਾ ਉਦੋਂ ਉਹਨਾਂ ਨੇ ਸੋਚਿਆ ਸੀ ਕਿ 1 ਸਾਲ ਦੇ ਅੰਦਰ ਅੰਦਰ ਇਹ ਪ੍ਰੂਫ ਆਫ ਵਰਕ ਤੋਂ ਪ੍ਰੂਫ ਆਫ ਸਟੇਕ ਵੱਲ ਚਲਾ ਜਾਊਗਾ, ਪਰ ਕਿਉਂਕਿ ਡੀਸੈਂਟਰਲਾਈਜ਼ਡ ਹੋਣ ਕਾਰਨ ਇਹਨੂੰ ਇੱਥੇ ਤੱਕ ਆਉਂਦਿਆਂ 7 ਸਾਲ ਲੱਗ ਗਏ, ਅਤੇ ਉਹਨਾਂ 7 ਸਾਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਕੇ ਤਾਂ ਹੁਣ ਇਹਦਾ ਫਾਈਨਲ ਹੋਣ ਲੱਗਾ। ਜਿਵੇਂ ਆਪਾਂ ਬੱਚੇ ਦੇ ਪਹਿਲਾਂ ਕਲਾਸ ਵਿੱਚ ਵੱਖ-ਵੱਖ ਟੈਸਟ ਲਏ ਜਾਂਦੇ ਆ ਟੀਚਰ ਦੁਆਰਾ, ਅਤੇ ਬਾਅਦ ਵਿੱਚ ਉਹਦਾ ਫਾਈਨਲ ਐਗਜ਼ਾਮ ਲਿਆ ਜਾਂਦਾ ਹੈ, ਕਿਉਂਕਿ ਟੀਚਰ ਨੂੰ ਟੈਸਟਾਂ ਵਿੱਚ ਹੀ ਪਤਾ ਲੱਗ ਜਾਂਦਾ ਵੀ ਇਹ ਬੱਚਾ ਪਾਸ ਹੋਊਗਾ ਕਿ ਫੇਲ। ਉਸੇ ਤਰ੍ਹਾਂ ਇਹਦੇ ਡਿਵੈਲਪਰਸ ਨੇ ਇਥੇਰੀਅਮ ਦੇ ਵੱਖ-ਵੱਖ ਪਹਿਲਾਂ ਟੈਸਟ ਲਏ ਨੇ, ਅਤੇ ਟੈਸਟਾਂ 'ਚੋਂ ਪਾਸ ਹੋਣ ਤੋਂ ਬਾਅਦ ਹੀ ਹੁਣ ਜਿਹੜਾ ਹੈਗਾ ਫਾਈਨਲ ਟੈਸਟ ਇਹਦਾ ਹੋਣ ਲੱਗਾ ਮਰਜ ਵਾਲਾ, ਅਤੇ ਇਸ ਲਈ ਬਹੁਤ ਘੱਟ ਸੰਭਾਵਨਾ ਹੈ ਕਿ ਇਹ ਫਾਈਨਲ ਟੈਸਟ ਵਿੱਚੋਂ ਫੇਲ ਹੋਊਗਾ। ਪਰ ਫਿਰ ਵੀ ਜੇਕਰ ਇਹ ਫੇਲ ਹੁੰਦਾ ਤਾਂ ਪ੍ਰੂਫ ਆਫ ਵਰਕ ਚੇਨ ਤਾਂ ਉੱਥੇ ਪਈ ਹੈ, ਕੁਛ ਨਹੀਂ ਹੋਊਗਾ ਉੱਥੇ, ਦੁਬਾਰਾ ਫਿਰ ਪ੍ਰੂਫ ਆਫ ਵਰਕ ਤੇ ਇਥੇਰੀਅਮ ਕੰਟੀਨਿਊ ਰਹੇਗਾ, ਪਰ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਤਾਂ ਮੈਨੂੰ ਉਮੀਦ ਹੈ ਕਿ ਇਥੇਰੀਅਮ ਮਰਜ ਬਾਰੇ ਜਿੰਨੇ ਵੀ ਤੁਹਾਡੇ ਸਵਾਲ ਹੋਣਗੇ ਸਾਰੇ ਸੋਲਵ ਹੋ ਗਏ ਹੋਣਗੇ। ਫਿਰ ਵੀ ਤੁਹਾਡੇ ਮਨ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਆਉਂਦਾ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ, ਅਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਥੈਂਕ ਯੂ।